Hello friends, welcome to on my YouTube channel Be Educational Winners। फ्रेंड्स ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਜੋ ਪੰਜਾਬ ਹਿਸਟਰੀ ਨਾਲ ਰਿਲੇਟਡ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਜੋ ਹੈ ਪੰਜਾਬ ਹਿਸਟਰੀ ਦੀ ਇੱਕ ਸੀਰੀਜ਼ ਚਲਾਈ ਹੈ 10 ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚ ਸਿੱਖੀ ਦੇ ਵਿਸਥਾਰ ਬਾਰੇ ਅਸੀਂ ਜਾਣਨਾ ਹੈ। ਅੱਜ ਅਸੀਂ ਇਸ ਦਾ ਭਾਗ ਜੋ ਹੈ ਤੀਸਰਾ ਕਰਨ ਜਾ ਰਹੇ ਹਾਂ। ਇਸ ਵਿੱਚ ਸਿੱਖ ਧਰਮ ਦੇ ਚੌਥੇ ਗੁਰੂ ਤੇ ਪੰਜਵੇਂ ਗੁਰੂ ਦੇ ਜੀਵਨ ਦੇ ਬਾਰੇ ਅਸੀਂ ਜਾਣਨਾ ਹੈ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਸੀਟੈਟ ਪੀਐਸਟੈਟ ਮਾਸਟਰ ਕਾਰਡ ਐਗਜ਼ਾਮ ਦੇ ਲਈ। ਇਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਪਲੀਜ਼ ਤੁਸੀਂ ਇਸ ਚੈਨਲ ਸਬਸਕ੍ਰਾਈਬ ਕਰਕੇ ਸਾਰੀਆਂ ਹੀ ਵੀਡੀਓਜ਼ ਦੇਖ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਫਰੈਂड्स। ਅੱਜ ਦਾ ਟੌਪਿਕ ਸਭ ਤੋਂ ਪਹਿਲਾਂ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਜੀਵਨ ਦੇ ਬਾਰੇ ਅਸੀਂ ਜੋ ਹੈ ਵਿਸਥਾਰ ਦੇ ਨਾਲ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਉਹਨਾਂ ਦਾ ਜੋ ਹੈ ਮੁੱਢਲਾ ਨਾਂ ਕੀ ਹੈ। ਤਾਂ ਉਹਨਾਂ ਦਾ ਜੋ ਮੁੱਢਲਾ ਨਾਂ ਹੈ ਉਹ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਭਾਈ ਜੇਠਾ ਜੀ। ਭਾਈ ਜੇਠਾ ਜੀ ਜੋ ਹੈ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਹੈ ਤੇ ਸਿੱਖ ਧਰਮ ਦੇ ਜੋ ਹਨ ਚੌਥੇ ਗੁਰੂ ਹਨ। ਤੁਹਾਨੂੰ ਜੋ ਹੈ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਇਹਨਾਂ ਦਾ ਜੋ ਪ੍ਰਕਾਸ਼ ਦਾ ਸਮਾਂ ਹੈ, ਇਹਨਾਂ ਦਾ ਜਨਮ ਕਦੋਂ ਹੋਇਆ ਹੈ। ਤਾਂ 24 ਸਤੰਬਰ 1534 ਈਸਵੀ ਨੂੰ ਜੋ ਹੈ ਇਹਨਾਂ ਦਾ ਜਨਮ, ਤੇ ਇਹਨਾਂ ਨੂੰ ਜੋ ਹੈ ਗੁਰੂ ਪਦਵੀ ਗੁਰਗੱਦੀ ਸੌਂਪਣ ਤੋਂ ਬਾਅਦ, ਗੁਰੂ ਬਣਨ ਤੋਂ ਬਾਅਦ ਇਹਨਾਂ ਨੂੰ ਸੋਢੀ ਸੁਲਤਾਨ ਦਾ ਜੋ ਹੈ ਉਹ ਨਾਮ ਦਿੱਤਾ ਗਿਆ ਹੈ। ਪ੍ਰਕਾਸ਼ ਸਥਾਨ ਜੇਕਰ ਪੇਪਰ ਵਿੱਚ ਪੁੱਛਿਆ ਜਾਵੇ, ਚੂਨਾ ਮੰਡੀ ਲਾਹੌਰ ਦੇ ਵਿੱਚ ਇਹਨਾਂ ਦਾ ਜੋ ਹੈ ਜਨਮ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਜੋ ਹੈ ਸੋਢੀ ਕੋਲ ਨਾਲ ਪਿਤਾ ਜੀ ਰਿਲੇਟਡ ਸਨ। ਸ਼੍ਰੀ ਹਰਦਾਸ ਜੀ ਇਹਨਾਂ ਦੇ ਪਿਤਾ ਜੀ ਦਾ ਨਾਮ, ਮਾਤਾ ਦਇਆ ਕੌਰ ਜੀ ਇਹਨਾਂ ਦੇ ਮਾਤਾ ਜੀ ਦਾ ਨਾਮ, ਤੇ ਬੀਬੀ ਭਾਨੀ ਜੀ ਇਹਨਾਂ ਦੇ ਜੋ ਹੈ ਪਤਨੀ ਜੀ ਦਾ ਨਾਮ ਗੁਰੂ ਕੇ ਮਹਿਲ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਪਤਨੀ ਬੀਬੀ ਭਾਨੀ ਜੀ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ। ਬੀਬੀ ਭਾਨੀ ਜੀ ਕੇਸ ਗੁਰੂ ਦੀ ਪਤਨੀ ਸਨ ਤੇ ਇਹ ਗੁਰੂ ਰਾਮਦਾਸ ਜੀ ਦੇ ਪਤਨੀ ਜੀ ਸਨ। ਇਸ ਦੇ ਨਾਲ ਹੀ ਜੋ ਹੈ ਇਹਨਾਂ ਦੀ ਸੰਤਾਨ ਜੋ ਇਹਨਾਂ ਦੇ 3 ਪੁੱਤਰ ਹੋਏ ਹਨ, ਪ੍ਰਿਥੀ ਚੰਦ ਜੀ, ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਜੋ ਸਨ ਗੁਰੂ ਰਾਮਦਾਸ ਜੀ ਦੇ ਜੋ ਸਨ ਸਭ ਤੋਂ ਛੋਟੇ ਪੁੱਤਰ ਸਨ। ਬਾਅਦ ਵਿੱਚ ਜੋ ਹਨ 5ਵੇਂ ਗੁਰੂ ਬਣੇ। ਗੁਰਤਾ ਗੱਦੀ ਦਾ ਜੇਕਰ ਤੁਹਾਨੂੰ ਸਮਾਂ ਪੁੱਛਿਆ ਜਾਵੇ 30 ਅਗਸਤ 1574 ਈਸਵੀ ਨੂੰ ਇਹਨਾਂ ਨੂੰ ਜੋ ਹੈ ਗੁਰਤਾ ਗੱਦੀ ਮਿਲੀ, ਗੁਰਗੱਦੀ ਸੌਂਪੀ ਗਈ। ਤੀਸਰੇ ਗੁਰੂ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਗੁਰਤਾ ਗੱਦੀ ਸੌਂਪੀ ਗੋਇੰਦਵਾਲ ਸਾਹਿਬ ਦੇ ਵਿੱਚ। ਤੁਸੀਂ ਫੈਕਟ ਨੂੰ ਯਾਦ ਰੱਖਣਾ ਹੈ। ਗੁਰਤਾ ਗੱਦੀ ਕਾਲ ਤਕਰੀਬਨ ਇਹਨਾਂ ਦਾ 7 ਸਾਲ ਦਾ ਰਿਹਾ ਹੈ। 7 ਸਾਲ ਹੀ ਜੋ ਹਨ ਗੁਰੂ ਦੇ ਅਹੁਦੇ ਤੇ ਗੁਰਗੱਦੀ ਤੇ ਰਹੇ ਹਨ। ਜੋਤੀ ਜੋਤ ਸਮਾਉਣ ਦਾ ਇਹਨਾਂ ਦਾ ਸਮਾਂ 1 ਸਤੰਬਰ 1581 ਈਸਵੀ ਹੈ ਤੇ ਗੋਇੰਦਵਾਲ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਰਾਮਦਾਸ ਜੀ ਜੋ ਹਨ ਜੋਤੀ ਜੋਤ ਸਮਾਏ ਸਨ। ਕੁੱਲ ਆਜੂ ਪੁੱਛੀ ਜਾਵੇ ਤਾਂ 47 ਵਰਿਆਂ ਦੀ ਜੋ ਹੈ ਗੁਰੂ ਰਾਮਦਾਸ ਜੀ ਦੀ ਕੁੱਲ ਆਜੂ ਸੀ। ਇਹਨਾਂ ਦੀ ਕੁੱਲ ਬਾਣੀ ਜੋ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਦਰਜ ਹੈ ਤਾਂ 679 ਸ਼ਬਦ ਜੋ ਗੁਰੂ ਰਾਮਦਾਸ ਜੀ ਦੁਆਰਾ ਰਚੇ ਗਏ ਹਨ। 30 ਰਾਗਾਂ ਦੇ ਵਿੱਚ ਇਹਨਾਂ ਦੀ ਬਾਣੀ ਰਚੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਜੋ ਫਰੈਂड्स ਇਹਨਾਂ ਦਾ ਸਿੱਖ ਧਰਮ ਦੇ ਵਿੱਚ ਗੁਰੂ ਰਾਮਦਾਸ ਜੀ ਦਾ ਬਹੁਤ ਹੀ ਵਡਮੁੱਲਾ ਯੋਗਦਾਨ ਰਿਹਾ ਹੈ ਉਹ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੋ ਹੈ ਸ਼ਹਿਰ ਦੀ ਸਥਾਪਨਾ ਇਹਨਾਂ ਦੇ ਦੁਆਰਾ ਕੀਤੀ ਗਈ ਸੀ, ਜਿਸ ਦਾ ਜੋ ਮੁੱਢਲਾ ਨਾਂ ਵੀ ਪੁੱਛਿਆ ਜਾਂਦਾ ਹੈ ਤਾਂ ਸ਼੍ਰੀ ਜੋ ਹੈ ਅੰਮ੍ਰਿਤਸਰ ਸਾਹਿਬ ਦਾ ਮੁੱਢਲਾ ਨਾਂ ਰਾਮਦਾਸਪੁਰਾ ਸੀ। ਗੁਰੂ ਕਾ ਚੱਕ ਵੀ ਕਿਹਾ ਜਾਂਦਾ ਸੀ। ਇਸ ਨੂੰ ਤੁਸੀਂ ਜੋ ਹੈ ਉਹ ਯਾਦ ਰੱਖਣਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਰਿਲੇਟਡ ਜੋ ਇਹਨਾਂ ਨੇ ਸਿੱਖ ਧਰਮ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ ਉਸ ਨੂੰ ਅਸੀਂ ਵਿਸਥਾਰ ਨਾਲ ਕਰਾਂਗੇ। ਸਭ ਤੋਂ ਪਹਿਲਾਂ ਹੈ ਜੋ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ 1577 ਈਸਵੀ ਦੇ ਵਿੱਚ ਰਾਮਦਾਸਪੁਰਾ ਦੀ ਜੋ ਹੈ ਉਹ ਸਥਾਪਨਾ ਕੀਤੀ। 2 ਸਰੋਵਰਾਂ ਦਾ ਇਹਨਾਂ ਨੇ ਨਿਰਮਾਣ ਕਰਾਇਆ, ਇੱਕ ਸੰਤੋਖਸਰ ਤੇ ਇੱਕ ਅੰਮ੍ਰਿਤਸਰ। ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਮਸੰਦ ਪ੍ਰਥਾ ਪੁੱਛੀ ਜਾਵੇ ਕਿਸ ਗੁਰੂ ਨੇ ਚਲਾਈ ਤਾਂ ਗੁਰੂ ਰਾਮਦਾਸ ਜੀ ਸਨ ਜਿਨ੍ਹਾਂ ਨੇ ਜੋ ਹੈ ਮਸੰਦ ਪ੍ਰਥਾ ਚਲਾਈ ਸੀ। ਮਸੰਦ ਦਾ ਅਰਥ ਪੁੱਛਿਆ ਜਾਵੇ ਤੇ ਫਾਰਸੀ ਭਾਸ਼ਾ ਦਾ ਜੋ ਸ਼ਬਦ ਹੈ ਤੁਸੀਂ ਯਾਦ ਰੱਖਣਾ ਹੈ। ਫਾਰਸੀ ਭਾਸ਼ਾ ਦੇ ਸ਼ਬਦ ਜੋ ਹੈ ਮਸਨਦ ਤੋਂ ਜੋ ਹੈ ਇਹ ਸ਼ਬਦ ਬਣਿਆ ਹੈ ਮਸਨਦ, ਜਿਸ ਦਾ ਭਾਵ ਕੀ ਹੈ ਉੱਚਾ ਸਥਾਨ। ਉੱਚਾ ਸਥਾਨ ਇਸ ਦਾ ਜੋ ਹੈ ਅਰਥ ਹੈ। ਜੇਕਰ ਪੁੱਛਿਆ ਜਾਵੇ ਮਸੰਦ ਪ੍ਰਥਾ ਕਿਸ ਨੇ ਚਲਾਈ ਤਾਂ ਗੁਰੂ ਰਾਮਦਾਸ ਜੀ ਨੇ। ਮਸਨਦ ਜੋ ਸ਼ਬਦ ਕਿਸ ਭਾਸ਼ਾ ਦਾ ਹੈ, ਫਾਰਸੀ ਭਾਸ਼ਾ ਦਾ ਹੈ। ਮਸੰਦ ਪ੍ਰਥਾ ਤੋਂ ਕੀ ਭਾਵ ਹੈ ਤਾਂ ਇਸ ਨੂੰ ਅਸੀਂ ਜਾਣਾਂਗੇ। ਜੋ ਮਸੰਦ ਪ੍ਰਥਾ ਸੀ ਇਹ ਇਸ ਦਾ ਭਾਵ ਜੋ ਸੀ ਇੱਕ ਗੁਰੂ ਸਾਹਿਬ ਨੇ ਜੋ ਇਹ ਕਾਰਜ ਆਰੰਭੇ ਸਨ, ਗੁਰੂ ਘਰ ਦੇ ਜੋ ਸੇਵਾ ਇਹਨਾਂ ਨੇ ਜੋ ਚਲਾਈ ਹੋਈ ਸੀ, ਸਰੋਵਰ ਬਣਾਏ, ਰਾਮਦਾਸਪੁਰਾ ਦੀ ਸਥਾਪਨਾ ਕੀਤੀ, ਤਾਂ ਇਸ ਦੇ ਲਈ ਜੋ ਹੈ ਬਹੁਤ ਸਾਰੇ ਧਨ ਦੀ ਲੋੜ ਸੀ। ਇਸ ਧਨ ਦੀ ਲੋੜ ਨੂੰ ਜੋ ਹੈ ਸੇਵਾ ਨੂੰ ਪੂਰਾ ਕਰਨ ਦੇ ਲਈ ਗੁਰੂ ਸਾਹਿਬ ਨੇ ਜੋ ਹੈ ਮਸੰਦਾਂ ਨੂੰ ਥਾਪਿਆ ਜੋ ਸਿੱਖੀ ਦਾ ਪ੍ਰਸਾਰ ਕਰਦੇ ਸਨ ਤੇ ਜੋ ਸੇਵਾ ਇਕੱਠੀ ਕਰਕੇ ਜੋ ਲਿਆਉਂਦੇ ਸਨ ਉਹ ਗੁਰੂ ਕਾਰਜਾਂ ਦੇ ਵਿੱਚ ਲਗਾਉਣ ਲਈ ਜੋ ਸਨ ਗੁਰੂ ਸਾਹਿਬ ਨੂੰ ਦਿੰਦੇ ਸਨ। ਇਸ ਕਰਕੇ ਜੋ ਹੈ ਇਹ ਮਸੰਦ ਜੋ ਸਨ ਉਹ ਥਾਪੇ ਗਏ ਸਨ।
ਇਸ ਦੇ ਨਾਲ ਹੀ ਜੋ ਹੈ ਉਦਾਸੀ ਮਤ ਨਾਲ ਜੋ ਹੈ ਸਮਝੌਤਾ ਵੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ, ਕਿਉਂਕਿ ਗੁਰੂ ਸਾਹਿਬ ਚਾਹੁੰਦੇ ਸਨ ਕਿ ਇੱਕ ਦੂਸਰੇ ਦੇ ਧਰਮ ਦੇ ਵਿੱਚ ਕੋਈ ਵੀ ਜੋ ਹੈ ਉਹ ਸਮੱਸਿਆ ਪੈਦਾ ਨਾ ਹੋਵੇ, ਕੋਈ ਵੀ ਇੱਕ ਦੂਜੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਨਾ ਕਰੇ। ਜੋ ਵੀ ਸਿੱਖ ਧਰਮ ਦਾ ਪ੍ਰਚਾਰ ਗੁਰੂ ਸਾਹਿਬ ਕਰ ਰਹੇ ਸਨ ਉਹ ਬਿਨਾਂ ਕਿਸੇ ਸਮੱਸਿਆ ਦੇ ਜੋ ਹੈ ਉਹ ਅੱਗੇ ਤੋਂ ਅੱਗੇ ਹੁੰਦਾ ਜਾਵੇ। ਇਸ ਲਈ ਜੋ ਹੈ ਉਦਾਸੀ ਮਤ ਦਾ ਜੋ ਹੈ ਉਸ ਦੇ ਨਾਲ ਸਮਝੌਤਾ ਕਰ ਲਿਆ ਗਿਆ ਸੀ। ਅਤੇ ਇਸ ਦੇ ਨਾਲ ਜੋ ਮਹੱਤਵਪੂਰਨ ਗੁਰੂ ਰਾਮਦਾਸ ਜੀ ਦੇ ਨਾਲ ਇੰਪੋਰਟੈਂਟ ਫੈਕਟ ਹਨ ਉਸ ਨੂੰ ਅਸੀਂ ਜਾਣਾਂਗੇ, ਬਹੁਤ ਹੀ ਇੰਪੋਰਟੈਂਟ ਜੋ ਪੇਪਰ ਵਿੱਚ ਪੁੱਛੇ ਜਾ ਸਕਦੇ ਹਨ। ਗੁਰੂ ਰਾਮਦਾਸ ਜੀ ਦਾ ਜੋ ਹੈ ਇਹਨਾਂ ਨੇ 4 ਲਾਵਾਂ ਦਾ ਜੋ ਹੈ ਉਚਾਰਨ ਕੀਤਾ। ਜੇਕਰ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾਵੇ ਕਿ ਲਾਵਾਂ ਦਾ ਉਚਾਰਨ ਕਿਸ ਗੁਰੂ ਨੇ ਕੀਤਾ ਤਾਂ ਗੁਰੂ ਰਾਮਦਾਸ ਜੀ ਨੇ ਕੀਤਾ। ਇਸ ਦੇ ਨਾਲ ਹੀ ਗੁਰੂ ਰਾਮਦਾਸ ਜੀ ਦੇ ਟਾਈਮ ਦਾ ਜੋ ਸਮਕਾਲੀ ਬਾਦਸ਼ਾਹ ਸੀ ਉਹ ਅਕਬਰ ਸੀ, ਬਹੁਤ ਹੀ ਇੰਪੋਰਟੈਂਟ ਹੈ। ਅਕਬਰ ਦੇ ਜੋ ਸੰਬੰਧ ਗੁਰੂ ਰਾਮਦਾਸ ਜੀ ਦੇ ਨਾਲ ਰਹੇ ਹਨ ਉਹ ਬਹੁਤ ਹੀ ਮਿੱਤਰਤਾਪੂਰਨ ਸਨ। ਇਹ ਤੁਸੀਂ ਫੈਕਟ ਯਾਦ ਰੱਖਣਾ ਹੈ, ਮਿੱਤਰਤਾਪੂਰਨ ਸੰਬੰਧ ਗੁਰੂ ਰਾਮਦਾਸ ਜੀ ਦੇ ਨਾਲ ਰਹੇ ਸਨ, ਜਿਸ ਦੇ ਕਾਰਨ ਗੁਰੂ ਜੀ ਦੇ ਕਹਿਣ 'ਤੇ ਜੋ ਹੈ ਕਿਸਾਨਾਂ ਦਾ ਲਗਾਨ ਵੀ ਜੋ ਸੀ ਉਹ ਅਕਬਰ ਨੇ ਜੋ ਸੀ ਉਹ ਖ਼ਤਮ ਕਰ ਦਿੱਤਾ ਸੀ। ਇੱਥੇ ਤੱਕ ਜੋ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਜੋ ਹੈ ਉਹ ਅਸੀਂ ਯੋਗਦਾਨ ਦੇਖਿਆ ਹੈ, ਉਹਨਾਂ ਦਾ ਇੰਪੋਰਟੈਂਟ ਜੋ ਹੈ ਜੀਵਨ ਦੇਖਿਆ ਹੈ। ਇੱਕ ਬਹੁਤ ਹੀ ਇੰਪੋਰਟੈਂਟ ਫੈਕਟ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਰਿਲੇਟਡ ਹੈ, ਉਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਗੁਰੂ ਰਾਮਦਾਸ ਜੀ ਜੋ ਸਨ ਉਹ ਪਹਿਲਾਂ ਜੋ ਸਨ ਜੀਵਨ ਨਿਰਬਾਹ ਦੇ ਲਈ ਜੋ ਸਨ ਆਪਣਾ ਗੁਜ਼ਾਰਾ ਕਰਨ ਦੇ ਲਈ ਘੁੰਗਣੀਆਂ ਵੇਚਣ ਦਾ ਜੋ ਕੰਮ ਕਰਦੇ ਸਨ। ਜੇਕਰ ਪੇਪਰ ਵਿੱਚ ਇਸ ਤਰ੍ਹਾਂ ਵੀ ਕੁਐਸਚਨ ਆਵੇ ਕਿ ਘੁੰਗਣੀਆਂ ਕਿਸ ਗੁਰੂ ਦੁਆਰਾ ਵੇਚੀਆਂ ਗਈਆਂ, ਘੁੰਗਣੀਆਂ ਵੇਚਣ ਦਾ ਕੰਮ ਕਿਸ ਗੁਰੂ ਨੇ ਕੀਤਾ, ਤਾਂ ਉਹ ਗੁਰੂ ਰਾਮਦਾਸ ਜੀ ਸਨ ਜਿਨ੍ਹਾਂ ਨੇ ਜੋ ਹੈ ਇਹ ਘੁੰਗਣੀਆਂ ਦਾ ਜੋ ਹੈ ਜੋ ਕੰਮ ਸੀ ਜੋ ਉਹ ਕੀਤਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਜੋ ਹੈ ਰਾਮਦਾਸਪੁਰਾ ਸ਼ਹਿਰ ਦੀ ਸਥਾਪਨਾ ਕੀਤੀ ਅਤੇ ਇੱਥੇ 52 ਜੋ ਸਨ ਉਹ ਵਪਾਰੀ ਜੋ ਸਨ ਆ ਕੇ ਇੱਥੇ ਕੰਮ ਕਰਨ ਲੱਗ ਪਏ, ਜਿਸ ਦੇ ਨਾਲ ਇਹ ਜਿਹੜੀ ਜਗ੍ਹਾ ਹੈ ਇਹ ਜਿਹੜਾ ਸ਼ਹਿਰ ਹੈ ਬਹੁਤ ਹੀ ਜ਼ਿਆਦਾ ਜੋ ਹੈ ਪ੍ਰਸਿੱਧ ਹੋਇਆ। ਇਸ ਦੇ ਨਾਲ ਹੀ ਬਹੁਤ ਹੀ ਇੰਪੋਰਟੈਂਟ ਫੈਕਟ ਤੁਸੀਂ ਹੈ ਉਹ ਯਾਦ ਰੱਖਣੇ ਹਨ। ਜੋ ਸਰੋਵਰਾਂ ਦੀ ਜੋ ਸੇਵਾ ਸੀ ਉਹ ਬਾਬਾ ਬੁੱਢਾ ਜੀ ਨੇ ਨਿਭਾਈ ਸੀ, ਦੇਖਭਾਲ ਦਾ ਕੰਮ ਜੋ ਸੀ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ ਸੀ। ਸੋ ਇਹ ਸਾਰੇ ਫੈਕਟ ਸਨ, ਇੰਪੋਰਟੈਂਟ ਯੋਗਦਾਨ ਸੀ ਜੋ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ। ਇਸ ਦੇ ਨਾਲ ਹੀ ਹੁਣ ਅਸੀਂ ਸਿੱਖ ਧਰਮ ਦੇ 5ਵੇਂ ਗੁਰੂ ਕਰਾਂਗੇ, ਸ਼ਹੀਦਾਂ ਦੇ ਸਰਤਾਜ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਉਹਨਾਂ ਦੇ ਜੀਵਨ ਬਾਰੇ ਅਸੀਂ ਜਾਣਾਂਗੇ। ਜੇਕਰ ਉਹਨਾਂ ਦਾ ਟਾਈਮ ਪੀਰੀਅਡ ਅਸੀਂ ਦੇਖੀਏ ਤਾਂ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਦਾ ਉਹਨਾਂ ਦਾ ਟਾਈਮ ਪੀਰੀਅਡ ਹੈ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਹੁਣ ਅਸੀਂ ਜਾਣਾਂਗੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਬਾਰੇ। ਗੁਰੂ ਅਰਜਨ ਦੇਵ ਜੀ ਦਾ ਜੋ ਨਾਂ ਸੀ ਮੁੱਢਲਾ ਗੁਰੂ ਅਰਜਨ ਦੇਵ ਜੀ ਹੀ ਰੱਖਿਆ ਗਿਆ ਸੀ। ਜਿਵੇਂ ਅਸੀਂ ਪਿੱਛੇ ਕੀਤਾ ਹੈ, ਗੁਰੂ ਰਾਮਦਾਸ ਜੀ ਦੇ 3 ਸਪੁੱਤਰ ਸਨ, ਪ੍ਰਿਥੀ ਚੰਦ, ਮਹਾਦੇਵ ਤੇ ਗੁਰੂ ਅਰਜਨ ਦੇਵ ਜੀ। ਜੋ ਗੁਰੂ ਅਰਜਨ ਦੇਵ ਜੀ ਸਨ ਸਭ ਤੋਂ ਛੋਟੇ ਪੁੱਤਰ ਸਨ। ਇਹਨਾਂ ਦਾ ਪ੍ਰਕਾਸ਼ ਸਮਾਂ 15 ਅਪ੍ਰੈਲ 1563 ਈਸਵੀ ਨੂੰ ਹੈ। ਤੁਸੀਂ ਯਾਦ ਰੱਖਣਾ ਹੈ ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਪਿਤਾ ਜੀ ਜੋ ਸਨ ਤੁਸੀਂ ਜਾਣ ਹੀ ਗਏ ਹੋਵੋਗੇ, ਗੁਰੂ ਰਾਮਦਾਸ ਜੀ ਮਹਾਰਾਜ, ਅਤੇ ਮਾਤਾ ਜੀ ਜੋ ਸਨ ਮਾਤਾ ਜੋ ਹਨ ਭਾਨੀ ਜੀ, ਬੀਬੀ ਭਾਨੀ ਜੀ ਵੀ ਕਿਹਾ ਜਾਂਦਾ ਹੈ, ਯਾਦ ਰੱਖਣਾ ਹੈ। ਗੁਰੂ ਅਰਜਨ ਦੇਵ ਜੀ ਦਾ ਜੋ ਵਿਆਹ ਹੈ ਉਹਨਾਂ ਦੇ ਜੋ ਸੁਪਤਨੀ ਹਨ ਉਹ ਬੀਬੀ ਗੰਗਾ ਜੀ ਹਨ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਪੇਪਰ ਦੇ ਵਿੱਚ ਕੋਈ ਵੀ ਫੈਕਟ ਜੋ ਹੈ ਉਹ ਪੁੱਛਿਆ ਜਾ ਸਕਦਾ ਹੈ। ਤੁਸੀਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਜੋ ਹੈ ਇਹ ਇੰਪੋਰਟੈਂਟ ਫੈਕਟ ਜੋ ਹਨ ਉਹ ਯਾਦ ਰੱਖਣੇ ਹਨ। ਗੁਰੂ ਅਰਜਨ ਦੇਵ ਜੀ ਦੇ ਜੋ ਸਨ 1 ਸਪੁੱਤਰ ਸੀ, 1 ਸੰਤਾਨ ਸੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਕਿ ਜੋ ਬਾਅਦ ਵਿੱਚ ਹਨ ਸਿੱਖ ਧਰਮ ਦੇ 6ਵੇਂ ਗੁਰੂ ਬਣੇ ਸਨ। ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੈ। ਗੁਰਤਾ ਗੱਦੀ ਦੀ ਪ੍ਰਾਪਤੀ ਜੋ ਹੈ ਇਹਨਾਂ ਨੂੰ 28 ਅਗਸਤ 1581 ਈਸਵੀ ਨੂੰ ਜੋ ਹੈ ਅੰਮ੍ਰਿਤਸਰ ਸਾਹਿਬ ਵਿਖੇ ਮਿਲੀ ਸੀ। ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਪੁੱਛਿਆ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਕਿੱਥੇ ਮਿਲੀ, ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਕਿੱਥੇ ਮਿਲੀ। ਸੋ ਇਸ ਤਰ੍ਹਾਂ ਦੇ ਫੈਕਟ ਜੋ ਹਨ ਤੁਸੀਂ ਧਿਆਨ ਰੱਖਣੇ ਹਨ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਜੋ ਹੈ ਗੋਇੰਦਵਾਲ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਮਿਲੀ ਸੀ। ਗੁਰਤਾ ਗੱਦੀ ਕਾਲ ਜੋ ਹੈ ਕਿੰਨੇ ਵਰੇ ਗੁਰਗੱਦੀ ਸਾਂਭੀ ਹੈ, ਜੋ ਸੇਵਾ ਨਿਭਾਈ ਹੈ 25 ਵਰੇ ਹੈ। ਅਤੇ ਜੋਤੀ ਜੋਤ ਜੋ ਸਮਾਏ ਹਨ, ਜੋ ਸ਼ਹੀਦੀ ਇਹਨਾਂ ਨੇ ਪ੍ਰਾਪਤ ਕੀਤੀ ਹੈ ਉਹ 30 ਮਈ ਜੋ ਹੈ 1606 ਈਸਵੀ ਨੂੰ ਰਾਵੀ ਦੇ ਕਿਨਾਰੇ ਜੋ ਹਨ ਇਹਨਾਂ ਨੂੰ ਸ਼ਹੀਦ ਹੋਏ ਸਨ। ਤੁਸੀਂ ਯਾਦ ਰੱਖਣਾ ਹੈ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਗੁਰੂ ਅਰਜਨ ਦੇਵ ਜੀ ਜੋ ਹਨ ਪਹਿਲੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਹਨਾਂ ਦੇ ਬਾਰੇ ਅਸੀਂ ਸ਼ਹੀਦੀ ਬਾਰੇ ਵੀ ਵਿਸਥਾਰ ਨਾਲ ਜਾਣਾਂਗੇ। ਇਸ ਤੋਂ ਪਹਿਲਾਂ ਇੰਪੋਰਟੈਂਟ ਫੈਕਟ ਇਹ ਹੈ ਕਿ ਕਿਸ ਸਥਾਨ 'ਤੇ ਗੁਰੂ ਜੀ ਨੂੰ ਜੋ ਹੈ ਸ਼ਹੀਦ ਕੀਤਾ ਗਿਆ, ਤਾਂ ਉਹ ਲਾਹੌਰ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਜੋ ਹੈ ਉਹ ਸ਼ਹੀਦ ਕੀਤਾ ਗਿਆ। ਕੁੱਲ ਆਜੂ ਇਹਨਾਂ ਦੀ ਪੁੱਛੀ ਜਾਵੇ ਤਾਂ 43 ਵਰਿਆਂ ਦੀ ਇਹਨਾਂ ਦੀ ਕੁੱਲ ਆਜੂ ਸੀ। ਗੁਰਬਾਣੀ ਦਾ ਵੇਰਵਾ ਜੋ ਹੈ ਇਹਨਾਂ ਦਾ 30 ਰਾਗਾਂ ਦੇ ਵਿੱਚ 2218 ਜੋ ਹੈ ਸ਼ਬਦ, ਸਾਰੀ ਬਾਣੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ।
ਇੱਕ ਫਰੈਂਡਸ ਬਹੁਤ ਹੀ ਇੰਪੋਰਟੈਂਟ ਫੈਕਟ ਇੱਥੇ ਦੱਸਣਯੋਗ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੋ ਸਨ, ਇਹਨਾਂ ਦੀ ਬਾਣੀ ਜੋ ਹੈ ਸਭ ਤੋਂ ਜ਼ਿਆਦਾ ਹੈ 2218 ਸ਼ਬਦ। ਤੇ ਇਹਨਾਂ ਨੂੰ ਜੋ ਹੈ ਤੀਸਰੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜੋ ਹੈ ਇੱਕ ਬਚਨ ਉਚਾਰਿਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲਈ, ਕਿ ਉਹ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ ਸੀ ਵੀ ਉਹ ਦੋਹਿਤਾ ਬਾਣੀ ਕਾ ਬੋਹਿਤਾ, ਭਾਵ ਕਿ ਉਹ ਜੋ ਹਨ ਸਭ ਤੋਂ ਜ਼ਿਆਦਾ ਜੋ ਹਨ ਬਾਣੀ ਦੇ ਜੋ ਹਨ ਬੋਹਿਤ ਹੋਣਗੇ, ਬਾਣੀ ਦੇ ਜੋ ਹਨ ਗੁਰੂ ਹੋਣਗੇ। ਸੋ ਸਭ ਤੋਂ ਜ਼ਿਆਦਾ ਬਾਣੀ, ਇਹ ਬਚਨ ਜੋ ਹਨ ਉਹ ਸੱਚ ਹੋਏ। ਉਹਨਾਂ ਨੇ ਸਭ ਤੋਂ ਜ਼ਿਆਦਾ ਜੋ ਹੈ ਬਾਣੀ ਦੀ ਰਚਨਾ ਕੀਤੀ। 2218 ਜੋ ਹੈ, 2216 ਵੀ ਕਿਹਾ ਜਾਂਦਾ ਹੈ, ਇਹਨਾਂ ਦੇ ਜੋ ਹਨ ਸ਼ਬਦ ਜੋ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਸੋ ਤੁਸੀਂ ਇਹਨਾਂ ਨੂੰ ਜੋ ਹੈ ਉਹ ਯਾਦ ਰੱਖਣਾ ਹੈ। ਜ਼ਿਆਦਾ ਬੁੱਕਸ ਦੇ ਵਿੱਚ 2218 ਵੀ ਮਿਲਦਾ ਹੈ, 2216 ਵੀ ਮਿਲਦਾ ਹੈ। ਸੋ ਤੁਸੀਂ ਇਸ ਫੈਕਟ ਨੂੰ ਯਾਦ ਰੱਖਣਾ ਹੈ। 2216 ਜੋ ਹੈ ਉਹ ਜ਼ਿਆਦਾ ਮੰਨਣਯੋਗ ਹੈ, ਬਹੁਤ ਜ਼ਿਆਦਾ ਕਿਤਾਬਾਂ ਦੇ ਵਿੱਚ ਜੋ ਹੈ ਮਿਲਦਾ ਹੈ। ਤੁਸੀਂ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਮਹਾਨ ਜੋ ਕਾਰਜ ਹਨ ਆਪਣੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਭਾਈ ਗੁਰਦਾਸ ਜੀ ਨੂੰ ਜੋ ਹੈ ਮੁਬਾਰਕ ਕਲਮ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਕੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰਾਇਆ ਸੀ। ਬਹੁਤ ਹੀ ਇੰਪੋਰਟੈਂਟ ਫੈਕਟ ਹੈ। ਇਹਨਾਂ ਦਾ ਯੋਗਦਾਨ ਸਿੱਖ ਧਰਮ ਨੂੰ ਰਿਹਾ ਹੈ ਵਡਮੁੱਲਾ ਯੋਗਦਾਨ। ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰਾਉਣ ਵਾਲੇ ਗੁਰੂ ਸਨ, ਜਿਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦੀ ਜੋ ਹੈ ਸੰਪਾਦਨਾ ਬਾਬਾ ਜੋ ਹੈ ਭਾਈ ਗੁਰਦਾਸ ਜੀ ਤੋਂ ਜੋ ਹੈ ਉਹਨਾਂ ਦੀ ਮੁਬਾਰਕ ਕਲਮ ਤੋਂ ਜੋ ਹੈ ਉਹ ਕਰਵਾਈ ਸੀ ਭਾਈ ਗੁਰਦਾਸ ਜੀ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਅਸੀਂ ਇਹਨਾਂ ਦੇ ਜੀਵਨ ਦੇ ਵਿੱਚ ਜੋ ਇਹਨਾਂ ਨੇ ਯੋਗਦਾਨ ਸਿੱਖ ਧਰਮ ਨੂੰ ਦਿੱਤਾ ਹੈ ਉਸ ਨੂੰ ਅਸੀਂ ਵਿਸਥਾਰ ਦੇ ਨਾਲ ਜਾਣਾਂਗੇ। ਇਹਨਾਂ ਨੇ ਜੋ ਹੈ ਹਰਿਮੰਦਰ ਸਾਹਿਬ ਦਾ ਜੋ ਨਿਰਮਾਣ ਨੀਂਹ ਹੈ ਜੋ ਹੈ 13 ਜਨਵਰੀ 1588 ਈਸਵੀ ਨੂੰ ਸੂਫੀ ਸੰਤ ਮੀਆਂ ਮੀਰ ਜੀ ਤੋਂ ਰਖਵਾਈ ਸੀ, ਜਿਸ ਦੀ ਸੰਪੂਰਨਤਾ ਜੋ ਹੈ 1601 ਈਸਵੀ ਵਿੱਚ ਹੋਈ ਸੀ। ਤੁਸੀਂ ਯਾਦ ਰੱਖਣਾ ਹੈ ਹਰਿਮੰਦਰ ਸਾਹਿਬ ਦੀ ਨਿਰਮਾਣ ਨੀਂਹ ਕਿਸ ਨੇ ਰੱਖੀ, ਤਾਂ ਗੁਰੂ ਅਰਜਨ ਦੇਵ ਜੀ ਨੇ 13 ਜਨਵਰੀ 1588 ਈਸਵੀ ਨੂੰ ਸੂਫੀ ਸੰਤ ਮੀਆਂ ਮੀਰ ਜੀ ਕੋਲੋਂ। ਤੇ ਇਸ ਦਾ ਜੋ ਨਿਰਮਾਣ ਕਾਰਜ ਹੈ 1588 ਈਸਵੀ ਦੇ ਵਿੱਚ, ਤੇ ਜੋ ਸੰਪੂਰਨਤਾ ਹੈ 1601 ਈਸਵੀ ਦੇ ਵਿੱਚ। ਇਹ ਫੈਕਟ ਬਹੁਤ ਹੀ ਇੰਪੋਰਟੈਂਟ ਹੈ ਫਰੈਂਡਸ, ਤੁਸੀਂ ਯਾਦ ਰੱਖਣਾ ਹੈ, ਕਿਉਂਕਿ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ, ਤਾਂ ਨੀਂਹ ਸੂਫੀ ਸੰਤ ਮੀਆਂ ਮੀਰ ਨੇ ਰੱਖੀ। ਇਸ ਦੇ ਨਾਲ ਹੀ ਤਰਨਤਾਰਨ ਸਾਹਿਬ ਦਾ ਪੁੱਛਿਆ ਜਾ ਸਕਦਾ ਹੈ ਕਿ ਤਰਨਤਾਰਨ ਸ਼ਹਿਰ ਕਿਸ ਨੇ ਵਸਾਇਆ, ਤਾਂ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਸਥਾਪਨਾ ਕੀਤੀ ਹੈ। ਇਸ ਦੇ ਨਾਲ ਹੀ ਫਰੈਂਡਸ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ 1593 ਈਸਵੀ ਦੇ ਵਿੱਚ, ਤਾਂ ਹਰਗੋਬਿੰਦਪੁਰਾ ਦੀ ਸਥਾਪਨਾ ਜੋ ਹੈ 1595 ਈਸਵੀ ਦੇ ਵਿੱਚ ਕੀਤੀ ਸੀ। 1595 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਹੈ ਉਹ ਜਨਮ ਹੁੰਦਾ ਹੈ, ਤੇ ਗੁਰੂ ਅਰਜਨ ਦੇਵ ਜੀ ਜੋ ਹਨ ਉਸ ਖੁਸ਼ੀ ਦੇ ਵਿੱਚ ਹਰਗੋਬਿੰਦਪੁਰ ਨਗਰ ਦੀ ਜੋ ਹਨ ਉਹ ਸਥਾਪਨਾ ਕਰਦੇ ਹਨ, ਨਾਂ ਰੱਖਦੇ ਹਨ। ਬਹੁਤ ਹੀ ਇੰਪੋਰਟੈਂਟ ਹੈ 1595 ਈਸਵੀ ਦੇ ਵਿੱਚ। ਤੇ ਲਾਹੌਰ ਵਿਖੇ ਜੋ ਹੈ ਗੁਰੂ ਅਰਜਨ ਦੇਵ ਜੀ ਨੇ ਜੋ ਹੈ ਬਾਉਲੀ ਦਾ ਜੋ ਹੈ ਨਿਰਮਾਣ ਕਰਾਇਆ ਹੈ। ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਤੁਸੀਂ ਇਸ ਨੂੰ ਵੀ ਯਾਦ ਰੱਖਣਾ ਹੈ। ਜੇਕਰ ਪੁੱਛ ਲਿਆ ਜਾਵੇ ਕਿ ਹਰਗੋਬਿੰਦਪੁਰਾ ਜੋ ਸ਼ਹਿਰ ਹੈ ਉਹ ਕਿੱਥੇ ਵਸਿਆ ਹੈ, ਤਾਂ ਬਿਆਸ ਦਰਿਆ ਦੇ ਕੰਢੇ ਜੋ ਹੈ ਹਰਗੋਬਿੰਦਪੁਰ ਜੋ ਹੈ ਉਹ ਸਥਾਨ ਹੈ, ਸ਼ਹਿਰ ਹੈ। ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਲਾਹੌਰ ਵਿਖੇ ਬਾਉਲੀ ਦਾ ਨਿਰਮਾਣ ਕਰਾਇਆ। ਇਸ ਦੇ ਨਾਲ ਹੀ ਜੋ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਨੇ ਚਲਾਈ ਸੀ, ਇਸ ਨੂੰ ਅੱਗੇ ਵਧਾਉਣ ਦਾ ਕੰਮ ਵੀ ਜੋ ਹੈ ਜੋ ਅਰਜਨ ਦੇਵ ਜੀ ਨੇ ਜੋ ਹੈ ਉਹ ਕੀਤਾ ਹੈ। ਤੁਸੀਂ ਇਹਨਾਂ ਫੈਕਟ ਨੂੰ ਯਾਦ ਰੱਖਣਾ ਹੈ। ਹੁਣ ਅਸੀਂ ਕਰਾਂਗੇ ਜੋ ਸਭ ਤੋਂ ਵਡਮੁੱਲਾ ਯੋਗਦਾਨ ਜੋ ਗੁਰੂ ਅਰਜਨ ਦੇਵ ਜੀ ਦਾ, ਪੰਜਵੇਂ ਗੁਰੂ ਜੀ ਦਾ ਰਿਹਾ। ਆਦਿ ਗ੍ਰੰਥ ਸਾਹਿਬ ਦਾ ਸੰਕਲਨ 1604 ਈਸਵੀ ਦੇ ਵਿੱਚ ਕੀਤਾ ਗਿਆ ਸੀ। ਇਸ ਦੇ ਨਾਲ ਰਿਲੇਟਡ ਅਸੀਂ ਇਸ ਨੂੰ ਡਿਟੇਲ ਵਿੱਚ ਜਾਣਾਂਗੇ। ਸਭ ਤੋਂ ਪਹਿਲਾਂ ਜੋ ਆਦਿ ਗ੍ਰੰਥ ਸਾਹਿਬ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਇਹ ਜੋ ਹੈ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ। ਇਸ ਦੇ ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ 1604 ਈਸਵੀ, ਇਸ ਦੇ ਵਿੱਚ ਜੋ ਹੈ 5 ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਤੇ 11 ਭੱਟ ਸਾਹਿਬਾਨ ਦੀ ਜੋ ਹੈ ਬਾਣੀ ਹੈ। ਜੇਕਰ ਇਸ ਵਿੱਚ ਤੁਹਾਨੂੰ ਪੁੱਛ ਲਿਆ ਜਾਵੇ ਕਿ ਪਹਿਲੇ ਗੁਰੂ, ਦੂਸਰੇ ਗੁਰੂ, ਤੀਸਰੇ ਗੁਰੂ ਜੋ ਹੈ ਇਹਨਾਂ ਦੀ ਜੋ ਬਾਣੀ ਕਿੰਨੀ ਰਚੀ ਗਈ ਹੈ, ਤਾਂ ਫਰੈਂਡਸ ਅਸੀਂ ਜੋ ਪਹਿਲੇ ਗੁਰੂ ਕਰ ਚੁੱਕੇ ਹਾਂ ਉਹਨਾਂ ਦੇ ਜਿੰਨੇ ਸ਼ਬਦਾਂ ਦੀ ਉਹਨਾਂ ਨੇ ਰਚਨਾ ਕੀਤੀ, ਉਹ ਸਾਰੀ ਬਾਣੀ ਜੋ ਹੈ ਸੰਗ੍ਰਹਿ ਜੋ ਹੈ ਬਾਣੀ ਦਾ ਉਹ ਆਦਿ ਗ੍ਰੰਥ ਸਾਹਿਬ ਦੇ ਵਿੱਚ ਜੋ ਹੈ ਉਹ ਦਰਜ ਹੈ। ਸੋ ਤੁਸੀਂ ਰਿਵਾਈਜ਼ ਕਰ ਸਕਦੇ ਹੋ। ਇਸ ਵਿੱਚ 976 ਸ਼ਬਦ ਗੁਰੂ ਨਾਨਕ ਦੇਵ ਜੀ ਦੇ, 62 ਸ਼ਬਦ ਗੁਰੂ ਅੰਗਦ ਦੇਵ ਜੀ ਦੇ, ਤੇ 907 ਸ਼ਬਦ ਜੋ ਹਨ ਗੁਰੂ ਅਮਰਦਾਸ ਜੀ ਦੇ, 679 ਸ਼ਬਦ ਗੁਰੂ ਰਾਮਦਾਸ ਜੀ ਦੇ ਚੌਥੇ ਗੁਰੂ, ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ। 2216 ਸ਼ਬਦ ਬਹੁਤ ਹੀ ਜ਼ਿਆਦਾ ਜੋ ਹਨ ਬੁੱਕਸ ਦੇ ਵਿੱਚ ਮਿਲਦੇ ਹਨ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। 2216, ਜੇਕਰ 2216 ਆਪਸ਼ਨ ਹੁੰਦੀ ਹੈ ਤਾਂ ਇਹ ਜੋ ਹੈ ਸਹੀ ਮੰਨੀ ਜਾਏਗੀ।
ਇਸ ਦੇ ਨਾਲ ਹੀ ਸ਼ੇਖ ਫਰੀਦ ਜੀ ਜੋ ਬਾਬਾ ਫਰੀਦ ਭਗਤ ਹੋਏ ਹਨ ਉਹਨਾਂ ਦੇ 134 ਸ਼ਬਦ, ਭਗਤ ਨਾਮਦੇਵ ਜੀ ਦੇ 62 ਸ਼ਬਦ, ਰਵਿਦਾਸ ਭਗਤ ਜੀ ਦੇ 40 ਸ਼ਬਦ ਤੇ ਭਗਤ ਧੰਨਾ ਜੀ ਦੇ ਜੋ ਹਨ 4 ਸ਼ਬਦ ਜੋ ਹੈ ਇਸ ਆਦਿ ਗ੍ਰੰਥ ਸਾਹਿਬ ਦੇ ਵਿੱਚ ਜੋ ਹੈ ਉਹ ਦਰਜ ਹਨ। ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਭਗਤਾਂ ਦੀ ਬਾਣੀ, ਕਿੰਨੇ ਭੱਟਾਂ ਦੀ ਬਾਣੀ, ਕਿੰਨੇ ਗੁਰੂਆਂ ਦੀ ਬਾਣੀ ਜੋ ਹੈ ਆਦਿ ਗ੍ਰੰਥ ਵਿੱਚ ਜੋ ਹੈ ਉਹ ਦਰਜ ਹੈ। ਸੋ ਤੁਸੀਂ ਸਾਰੇ ਹੀ ਫੈਕਟ ਜੋ ਹਨ ਇਹ ਯਾਦ ਰੱਖਣੇ ਹਨ। ਇਸ ਦੇ ਨਾਲ ਹੀ 11 ਭੱਟ ਦੇ ਨਾਲ ਸੱਤਾ ਤੇ ਬਲਵੰਡ ਜੋ ਹਨ ਉਹਨਾਂ ਦੀਆਂ ਵੀ ਰਚਨਾਵਾਂ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਫਰੈਂਡਸ, ਇੱਕ ਬਹੁਤ ਹੀ ਇੰਪੋਰਟੈਂਟ ਫੈਕਟ ਜੋ ਹੈ ਆਦਿ ਗ੍ਰੰਥ ਸਾਹਿਬ ਦਾ ਜੋ ਪੁੱਛਿਆ ਜਾ ਸਕਦਾ ਹੈ, ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ 31 ਰਾਗਾਂ ਦੇ ਵਿੱਚ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਰਾਗ ਪੁੱਛੇ ਜਾ ਸਕਦੇ ਹਨ, ਕਿੰਨੇ ਰਾਗਾਂ ਵਿੱਚ ਬਾਣੀ ਦਰਜ ਕੀਤੀ ਗਈ ਹੈ, ਤਾਂ 31 ਰਾਗਾਂ ਦੇ ਵਿੱਚ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਕਿੰਨੇ ਅੰਗ ਹਨ, ਤਾਂ 1430 ਜੋ ਹਨ ਉਹ ਅੰਗ ਹਨ। ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਜੋ ਹੈ ਮਹਾਨ ਰਚਨਾ, ਸ਼ਾਹਕਾਰ ਰਚਨਾ ਕਿਹੜੀ ਹੈ, ਤਾਂ ਗੁਰੂ ਅਰਜਨ ਦੇਵ ਜੀ ਨੇ ਜੋ ਹੈ ਸੁਖਮਨੀ ਦੀ ਬਾਣੀ ਜੋ ਹੈ ਉਹ ਰਚੀ ਸੀ। ਬਹੁਤ ਹੀ ਇੰਪੋਰਟੈਂਟ ਹੈ, ਸੁਖਮਨੀ ਦੀ ਬਾਣੀ ਕਿਸ ਗੁਰੂ ਨੇ ਰਚੀ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਚੀ। ਇਸ ਤਰ੍ਹਾਂ ਵੀ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ। ਤੁਸੀਂ ਸਾਰੇ ਹੀ ਇਹ ਫੈਕਟ ਜੋ ਹਨ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਇਸ ਦੇ ਨਾਲ ਹੀ ਹੁਣ ਇੰਪੋਰਟੈਂਟ ਫੈਕਟ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਗੁਰੂ ਸਾਹਿਬ ਜੀ ਦੀ ਸ਼ਹੀਦੀ। ਗੁਰੂ ਸਾਹਿਬ ਜੀ ਨੂੰ ਜੋ ਹੈ, ਜਿਵੇਂ ਤੁਸੀਂ ਜਾਣ ਹੀ ਚੁੱਕੇ ਹੋਵੋਗੇ ਕਿ ਜੋ ਪਹਿਲੀ ਸ਼ਹੀਦੀ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਇਹਨਾਂ ਨੂੰ ਜੋ ਹੈ ਸਿੱਖ ਧਰਮ ਦੇ ਜੋ ਹੈ ਪਹਿਲੇ ਸ਼ਹੀਦੀ ਦੇ ਕਾਰਨ ਦੇਣ ਦੇ ਕਾਰਨ ਇਹਨਾਂ ਨੂੰ ਸਿੱਖਾਂ ਦੇ ਸਰਤਾਜ, ਸ਼ਹੀਦੀ ਦੇ ਸਰਤਾਜ ਜੋ ਹੈ ਉਹ ਕਿਹਾ ਜਾਂਦਾ ਹੈ। ਸੋ ਅਸੀਂ ਜਾਣਾਂਗੇ ਇਹਨਾਂ ਦੀ ਸ਼ਹੀਦੀ ਦੇ ਕੀ ਕਾਰਨ ਰਹੇ ਤੇ ਕਦੋਂ ਇਹਨਾਂ ਦੀ ਸ਼ਹੀਦੀ ਹੋਈ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਜੋ ਗੁਰੂ ਅਰਜਨ ਦੇਵ ਜੀ ਦਾ ਜੋ ਸਮਕਾਲੀ ਹੈ ਉਹ ਕੌਣ ਹੈ, ਤਾਂ ਗੁਰੂ ਅਰਜਨ ਦੇਵ ਜੀ ਦਾ ਜੋ ਸਮਕਾਲੀ ਹੈ ਉਹ ਅਕਬਰ ਵੀ ਰਿਹਾ ਹੈ ਤੇ ਜਹਾਂਗੀਰ ਵੀ ਰਿਹਾ ਹੈ। ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਜੋ ਅਕਬਰ ਸੀ ਉਸ ਦੇ ਸੰਬੰਧ ਤਾਂ ਗੁਰੂ ਘਰ ਦੇ ਨਾਲ ਮਿੱਤਰਤਾਪੂਰਨ ਰਹੇ ਸੀ, ਇਹ ਤੁਸੀਂ ਯਾਦ ਰੱਖਣਾ ਹੈ। ਪਰ ਜਿਹੜਾ ਜਹਾਂਗੀਰ ਸੀ ਉਹ ਸਿੱਖ ਧਰਮ ਦੀ ਜੋ ਹੈ ਉਹ ਪ੍ਰਫੁੱਲਤਾ ਦੇਖ ਕੇ ਜੋ ਹੈ ਉਹ ਖੁਸ਼ ਨਹੀਂ ਹੁੰਦਾ, ਉਹ ਸਿੱਖ ਧਰਮ ਦੇ ਨਾਲ ਬਹੁਤ ਹੀ ਜ਼ਿਆਦਾ ਜੋ ਹੈ ਈਰਖਾ ਕਰਦਾ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਇੱਕ ਬਹੁਤ ਹੀ ਇੰਪੋਰਟੈਂਟ ਫੈਕਟ ਇਹ ਵੀ ਹੈ ਕਿ ਉਸਨੇ ਜੋ ਹੈ ਤੁਝ ਕੇ ਜਹਾਂਗੀਰੀ, ਜੋ ਜਹਾਂਗੀਰ ਦੀ ਰਚਨਾ ਹੈ ਉਸ ਦੇ ਵਿੱਚ ਉਸਨੇ ਇੱਕ ਜੋ ਹੈ ਇੱਕ ਆਪਣੇ ਵਿਚਾਰ ਰੱਖੇ ਹਨ ਕਿ ਦਰਿਆ ਬਿਆਸ ਦੇ ਕੰਢੇ ਇੱਕ ਗੁਰੂ ਅਰਜਨ ਨਾਮੀ ਜੋ ਪੀਰ ਜਾਂ ਸਾਧੂ ਹੈ, ਜੋ ਕਿ ਸਾਧੂ ਦੇ ਲਿਬਾਸ ਵਿੱਚ ਰਹਿੰਦਾ ਹੈ, ਤੇ ਉਸ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ। ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਹਾਂਗੀਰ ਜੋ ਹੈ ਉਸਨੇ ਗੁਰੂ ਸਾਹਿਬ ਨੂੰ ਜੋ ਹੈ ਇੱਕ ਦੁਕਾਨ ਦਾ ਜੋ ਇੱਕ ਵਪਾਰੀ ਦੇ ਤਰ੍ਹਾਂ ਉਹਨਾਂ ਨੂੰ ਮੰਨਿਆ ਸੀ ਤੇ ਬਹੁਤ ਹੀ ਜ਼ਿਆਦਾ ਉਹ ਗੁਰੂ ਸਾਹਿਬ ਤੋਂ ਈਰਖਾ ਕਰਦਾ ਸੀ, ਜਿਸ ਦੇ ਕਾਰਨ ਉਸਦੀ ਧਾਰਮਿਕ ਕੱਟੜਤਾ ਦੇ ਕਾਰਨ ਗੁਰੂ ਸਾਹਿਬ ਨੂੰ ਜੋ ਹੈ ਸ਼ਹੀਦ ਕੀਤਾ ਗਿਆ ਸੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ ਹੈ। ਇਸ ਦੇ ਨਾਲ ਹੀ ਪ੍ਰਿਥੀਆ ਜੋ ਗੁਰੂ ਅਰਜਨ ਦੇਵ ਜੀ ਦਾ ਵੱਡਾ ਜੋ ਭਰਾ ਸੀ ਉਸਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਗੁਰਤਾ ਗੱਦੀ ਜੋ ਹੈ ਗੁਰੂ ਅਰਜਨ ਦੇਵ ਜੀ ਨੂੰ ਮਿਲੀ। ਪ੍ਰਿਥੀਆ ਜੋ ਹੈ ਉਹ ਬਹੁਤ ਹੀ ਜ਼ਿਆਦਾ ਜੋ ਹੈ ਗੁਰੂ ਜੀ ਦਾ ਵਿਰੋਧ ਕਰਦਾ ਸੀ। ਇਸ ਦੇ ਨਾਲ ਹੀ ਉਹਨਾਂ ਨਾਲ ਈਰਖਾ ਕਰਨ ਲੱਗ ਗਿਆ ਸੀ। ਇਹ ਵੀ ਜੋ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਬਣਿਆ। ਨਕਸ਼ਬੰਦੀਆਂ ਸੰਪਰਦਾਵਾਂ ਵੀ ਗੁਰੂ ਜੀ ਦੇ ਵਿਰੋਧ ਵਿੱਚ ਹੋ ਗਈਆਂ, ਕਿਉਂਕਿ ਜੋ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਹੋਇਆ ਉਸ ਦੇ ਵਿੱਚ ਬਹੁਤ ਹੀ ਬਾਣੀ ਜੋ ਹੈ ਉਹ ਉਹਨਾਂ ਦੀ ਨਕਸ਼ਬੰਦੀਆਂ ਸੰਪਰਦਾਵਾਂ ਦੀ ਕਈਆਂ ਦੀ ਜਿਹੜੀ ਹੈ ਉਹ ਉਸ ਦੇ ਵਿੱਚ ਨਹੀਂ ਜੋ ਹੈ ਐਡ ਕੀਤੀ ਗਈ ਆਦਿ ਗ੍ਰੰਥ ਸਾਹਿਬ ਦੇ ਵਿੱਚ, ਜਿਸ ਦੇ ਕਾਰਨ ਉਹਨਾਂ ਦੀ ਜੋ ਬਾਣੀ ਦਰਜ ਨਾ ਹੋਣ ਦੇ ਕਾਰਨ ਉਹ ਗੁਰੂ ਜੀ ਦੇ ਵਿਰੋਧੀ ਹੋ ਗਏ ਤੇ ਉਹਨਾਂ ਦਾ ਜੋ ਹੈ ਵਿਰੋਧ ਕਰਨ ਲੱਗ ਗਏ। ਇਹ ਵੀ ਬਹੁਤ ਇੰਪੋਰਟੈਂਟ ਫੈਕਟ ਹੈ। ਇਸ ਦੇ ਨਾਲ ਹੀ ਰਾਜਕੁਮਾਰ ਖੁਸਰੋ ਜੋ ਹੈ ਜਹਾਂਗੀਰ ਦਾ ਜੋ ਪੁੱਤਰ ਹੈ ਉਹ ਵੀ ਜੋ ਹੈ ਜਹਾਂਗੀਰ ਦੇ ਨਾਲ ਉਸਦੀ ਜੋ ਸੋਚ ਸੀ ਉਹ ਨਹੀਂ ਮਿਲਦੀ ਸੀ। ਉਹ ਚਾਹੁੰਦਾ ਸੀ ਸ਼ਾਂਤਮਈ ਮਾਹੌਲ ਦੇ ਨਾਲ ਜੋ ਹੈ ਉਹ ਉਸ ਸਮੇਂ ਜੋ ਹੈ ਰਾਜ ਕੀਤਾ ਜਾਵੇ, ਪਰ ਜਿਹੜਾ ਜਹਾਂਗੀਰ ਹੈ ਉਹ ਸਿੱਖ ਧਰਮ ਦੇ ਨਾਲ ਬਹੁਤ ਹੀ ਈਰਖਾ ਕਰਦਾ ਹੈ। ਇਹਨਾਂ ਦੇ ਵਿਚਾਰ ਨਾ ਮਿਲਣ ਕਰਕੇ ਜੋ ਖੁਸਰੋ ਰਾਜਕੁਮਾਰ ਹੈ ਜਹਾਂਗੀਰ ਦਾ ਪੁੱਤਰ, ਉਸਨੇ 6 ਅਪ੍ਰੈਲ 1606 ਨੂੰ ਆਪਣੇ ਪਿਤਾ ਦੇ ਵਿਰੁੱਧ ਜੋ ਹੈ ਬਗਾਵਤ ਕੀਤੀ ਤੇ ਗੁਰੂ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਇਆ, ਜਿਸ ਦੇ ਕਾਰਨ ਜੋ ਹੈ ਜਹਾਂਗੀਰ ਭੜਕ ਉੱਠਦਾ ਹੈ। ਉਹ ਗੁਰੂ ਅਰਜਨ ਦੇਵ ਜੀ ਨੂੰ ਜੋ ਹੈ ਹਰ ਹਾਲਤ ਵਿੱਚ ਜੋ ਹੈ ਸਿੱਖੀ ਨੂੰ ਜੋ ਹੈ ਉਸਦੇ ਪ੍ਰਚਾਰ ਪ੍ਰਸਾਰ ਨੂੰ ਰੋਕਣ ਦਾ ਜੋ ਹੈ ਪੂਰੀ ਜੋ ਹੈ ਉਹ ਕੋਸ਼ਿਸ਼ ਕਰਦਾ ਹੈ। ਇਸ ਦੇ ਨਾਲ ਹੀ ਜੋ ਹੈ ਲਾਹੌਰ ਦਾ ਗਵਰਨਰ ਉਸ ਸਮੇਂ ਜੋ ਹੈ ਮੁਰਤਜ਼ਾ ਖਾਨ ਸੀ। ਇਸ ਵੀ ਪੁੱਛਿਆ ਜਾ ਸਕਦਾ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜੋ ਹੈ ਲਾਹੌਰ ਵਿੱਚ ਹੋਈ ਹੈ। ਲਾਹੌਰ ਦਾ ਉਸ ਸਮੇਂ ਜੋ ਹੈ ਗਵਰਨਰ ਕੌਣ ਸੀ? ਮੁਰਤਜ਼ਾ ਖਾਨ ਸੀ, ਜਿਸ ਨੂੰ ਜੋ ਹੈ
ਜਹਾਂਗੀਰ ਨੇ ਜੋ ਹੈ ਇਹ ਕਿਹਾ ਸੀ, ਉਦੇਸ਼ ਦਿੱਤਾ ਸੀ ਕਿ ਗੁਰੂ ਸਾਹਿਬ ਤੋਂ ਜੋ ਹੈ ਕੁਛ ਜੁਰਮਾਨਾ ਇਕੱਠਾ ਕਰਨਾ ਹੈ, ਕਿਉਂਕਿ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸਨੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਕੁਝ ਸ਼ਬਦ ਕਹੇ ਸਨ ਜੋ ਕਿ ਇਹ ਜੋ ਹਨ ਸਾਡੇ ਧਰਮ ਦੇ ਇਸਲਾਮ ਧਰਮ ਦੇ ਵਿਰੋਧ ਵਿੱਚ ਹਨ, ਇਹਨਾਂ ਨੂੰ ਹਟਾਇਆ ਜਾਵੇ, ਨਹੀਂ ਤਾਂ ਗੁਰੂ ਸਾਹਿਬ 'ਤੇ ਜੁਰਮਾਨਾ ਲਗਾਇਆ ਜਾਏਗਾ। ਅਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਇਸ ਦੇ ਵਿੱਚ ਕੋਈ ਵੀ ਸ਼ਬਦ ਜੋ ਹੈ ਇਸਲਾਮ ਦੇ ਵਿਰੁੱਧ ਨਹੀਂ ਹੈ, ਅਸੀਂ ਇਸ ਜੁਰਮਾਨੇ ਨੂੰ ਨਹੀਂ ਦੇਵਾਂਗੇ। ਪਰ ਇਹ ਜੋ ਹੈ ਇਸ ਦੇ ਨਾਲ ਹੀ ਜਹਾਂਗੀਰ ਜੋ ਹੈ ਉਹ ਭੜਕ ਉੱਠਦਾ ਹੈ ਤਾਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਜੋ ਹੈ ਲਾਹੌਰ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਉਹਨਾਂ ਨੂੰ 24 ਮਈ 1606 ਈਸਵੀ ਨੂੰ ਸ਼ਹੀਦ ਕੀਤਾ ਜਾਂਦਾ ਹੈ। ਤੱਤੀ ਤਵੀ 'ਤੇ ਬਿਠਾ ਕੇ ਉਹਨਾਂ ਦੇ ਜੋ ਸੀਸ ਦੇ ਉੱਤੇ ਜੋ ਹੈ ਗਰਮ ਰੇਤਾ ਪਾਈ ਜਾਂਦੀ ਹੈ, ਬਹੁਤ ਹੀ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਇਸ ਕਰਕੇ ਜੋ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜੋ ਹੈ ਸਿੱਖ ਧਰਮ ਦੇ ਜੋ ਹੈ ਸ਼ਹੀਦੀ ਦੇ ਸਰਤਾਜ ਮੰਨਿਆ ਜਾਂਦਾ ਹੈ। ਪਹਿਲੀ ਸ਼ਹੀਦੀ ਪਾਉਣ ਵਾਲੇ ਗੁਰੂ ਅਰਜਨ ਦੇਵ ਜੀ ਸਨ। ਇਹਨਾਂ ਤੋਂ ਬਾਅਦ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਜੋ ਹੈ ਉਹ ਹੋਰ ਵੀ ਵੱਧ ਜਾਂਦਾ ਹੈ, ਕਿਉਂਕਿ ਜੋ ਇਸ ਤੋਂ ਬਾਅਦ ਅਸੀਂ ਕਰਾਂਗੇ ਛੇਵੇਂ ਗੁਰੂ, ਉਹਨਾਂ ਨੇ ਜੋ ਹੈ ਬਾਅਦ ਵਿੱਚ ਮੀਰੀ ਅਤੇ ਪੀਰੀ ਦੀਆਂ ਜੋ ਹਨ ਤਲਵਾਰਾਂ ਧਾਰਨ ਕੀਤੀਆਂ। ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਹੋਰ ਵੀ ਵਧਿਆ, ਸਿੱਖਾਂ ਵਿੱਚ ਹੋਰ ਵੀ ਜੋ ਹੈ ਇਹਨਾਂ ਜ਼ੁਲਮ ਦਾ ਟਾਕਰਾ ਕਰਨ ਦਾ ਜੋ ਹੈ ਉਹ ਇੱਕ ਜੋ ਹੈ ਜਜ਼ਬਾ ਪੈਦਾ ਹੋ ਗਿਆ ਸੀ। ਸੋ ਇਹ ਅਸੀਂ ਅੱਜ ਕੀਤਾ ਹੈ ਇੰਪੋਰਟੈਂਟ ਫੈਕਟ ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਰਿਲੇਟਡ ਅਤੇ ਗੁਰੂ ਰਾਮਦਾਸ ਜੀ ਦੇ ਨਾਲ ਰਿਲੇਟਡ। ਇਹ ਸਾਰੇ ਫੈਕਟ ਵਿੱਚੋਂ ਕੁਛ ਵੀ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਤੁਸੀਂ ਸਾਰੇ ਹੀ ਫੈਕਟ ਨੂੰ ਜੋ ਹੈ ਧਿਆਨ ਦੇ ਨਾਲ ਰੱਖਣਾ ਹੈ। ਫਰੈਂਡਸ, ਜੇਕਰ ਤੁਸੀਂ ਮੇਰੇ ਚੈਨਲ ਨੂੰ ਜੋ ਹੈ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਪਲੀਜ਼ ਜੋ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸਾਰੇ ਹੀ ਜੋ ਫੈਕਟ ਹਨ, ਇੰਪੋਰਟੈਂਟ ਵੀਡੀਓਜ਼ ਹਨ, ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹੇਗੀ। ਸੋ ਪਲੀਜ਼ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ। ਸੋ ਚੈਨਲ ਨੂੰ ਜੋ ਹੈ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਹੈ। ਤਾਂ ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ। ਥੈਂਕ ਯੂ।